ओम शांति। ਅੱਜ है 1/3/2022 ਦੀ ਸਾਕਾਰ ਮੁਰਲੀ। ਅੱਜ ਬਾਬਾ ਨੇ ਆਖਿਆ, ਮਿੱਠੇ ਬੱਚੇ, ਤੁਹਾਨੂੰ ਆਪਣੀ ਤਕਦੀਰ ਹੀਰੇ ਜਿਹੀ ਬਣਾਣੀ ਹੈ। ਪੁਰਸ਼ਾਰਥ ਕਰ ਬਾਪ ਤੋਂ ਸਵਰਗ ਦਾ ਪੂਰਾ ਵਰਸਾ ਲੈਣਾ ਹੈ। ਪ੍ਰਸ਼ਨ ਹੈਗਾ, ਕਿਹੜਾ ਰਾਜ ਬੁੱਧੀ 'ਚ ਜੇਕਰ ਬਹਿ ਜਾਵੇ ਤਾਂ ਅਪਾਰ ਖੁਸ਼ੀ ਰਵੇਗੀ? ਉੱਤਰ ਹੈਗਾ, ਡਰਾਮਾ ਦਾ। ਇਸ ਡਰਾਮਾ ਵਿੱਚ ਹਰ ਐਕਟਰ ਨੂੰ ਅਵਿਨਾਸ਼ੀ ਪਾਰਟ ਮਿਲਿਆ ਹੋਇਆ ਹੈ, ਜੋ ਹਰ ਇੱਕ ਨੂੰ ਵਜਾਣਾ ਹੀ ਹੈ। ਕੋਈ ਵੀ ਪਾਰਟ ਘਿਸਦਾ ਅਤੇ ਮਿਟਦਾ ਨਹੀਂ, ਬਣੀ ਬਣਾਈ ਬਣ ਰਹੀ। ਇਸ ਵਿੱਚ ਕੁਝ ਵੀ ਹੇਰ ਫੇਰ ਨਹੀਂ ਹੋ ਸਕਦਾ। ਕਲਪ ਪੂਰਾ ਹੋਏਗਾ, ਫਿਰ ਤੋਂ ਉਹੀਓ ਪਾਰਟ ਸੈਕਿੰਡ ਬਾਏ ਸੈਕਿੰਡ ਹਰ ਇੱਕ ਦਾ ਰਿਪੀਟ ਹੁੰਦਾ ਰਹੇਗਾ। ਇਹ ਬੜੇ ਗਹਿਰੇ ਰਾਜ ਸਨ, ਜਿਹੜੇ ਯੁਕਤੀ ਯੁਕਤ ਜੇਕਰ ਬੁੱਧੀ ਵਿੱਚ ਬਹਿ ਜਾਣ ਤਾਂ ਖੁਸ਼ੀ ਰਹੇ, ਨਹੀਂ ਤੇ ਮੂੰਝਦੇ ਰਹਿਣਗੇ। ਬਾਬਾ ਆਖਦੇ ਨੇ, ਬੱਚੇ ਮੂੰਝੋ ਨਹੀਂ। ਬਾਪ ਵਿੱਚ ਨਿਸ਼ਚੈ ਰੱਖ, ਪੂਰਾ ਵਰਸਾ ਲੈਣ ਦਾ ਪੁਰਸ਼ਾਰਥ ਕਰੋ। ਗੀਤ ਹੈਗਾ, तुम्हें पाके हमने जहाँ पा लिया। ओम शांति। मीठे मीठे ਈਸ਼ਵਰੀਏ ਬੱਚਿਆਂ ਨੇ ਗੀਤ ਸੁਣਿਆ। ਡਰਾਮਾ ਅਨੁਸਾਰ ਸਮਝ ਵਿੱਚ ਆਂਦਾ ਹੈ ਕਿ ਤੁਸੀਂ ਹੁਣ ਆਪਣੇ ਈਸ਼ਵਰ ਦੇ ਬੱਚੇ ਬਣੇ ਹੋ। ਈਸ਼ਵਰ ਤੋਂ ਅਸੀਂ ਸਵਰਗ ਦਾ ਵਰਸਾ, ਸਵਰਗ ਦਾ ਮਾਲਿਕ ਬਣ ਰਹੇ ਸਨ, ਅਥਵਾ ਰਾਮ ਰਾਜ ਲੈਣ ਦੇ ਲਈ ਆਏ ਹਨ। ਨਰਕ ਤੇ ਮਨੁੱਖ ਮਾਤਰ ਇਹ ਜਾਣਦੇ ਹੀ ਨਹੀਂ ਕਿ ਸਵਰਗ ਕਦੋਂ ਅਤੇ ਕਿੱਥੇ ਹੋਵੇਗਾ। ਤੁਸੀਂ ਜਾਣਦੇ ਹੋ, ਹੁਣ ਸਾਡਾ ਬਾਪ ਆਇਆ ਹੈ ਨਈ ਦੁਨੀਆ ਸਵਰਗ ਦੀ ਸਥਾਪਨਾ ਕਰਨ ਵਾਸਤੇ। ਰਾਵਣ ਫਿਰ ਤੋਂ ਨਰਕ ਸਥਾਪਨ ਕਰਦੇ ਹਨ, ਇਹ ਵੀ ਤੁਸੀਂ ਜਾਣਦੇ ਹਨ। ਤੁਸੀਂ ਜਾਣਦੇ ਹੋ, ਅਸੀਂ ਆਪਣੇ ਬਾਪ ਤੋਂ ਸਵਰਗ ਦੀ ਰਾਜਾਈ ਲੈ ਰਹੇ ਹਾਂ। ਜਦੋਂ ਵੀ ਕੋਈ ਮਨੁੱਖ ਮਰਦੇ ਹਨ ਤਾਂ ਕਹਿੰਦੇ ਹਨ, ਸਵਰਗ ਪਧਾਰਾ। ਆਪਣੇ ਨੂੰ ਹੀ ਕਹਿੰਦੇ ਹਨ, ਅਸੀਂ ਨਰਕ 'ਚ ਹਾਂ, ਅਤੇ ਖੁਦ ਨਰਕ ਦੇ ਮਾਲਿਕ ਸਨ। ਇਹ ਬਿਲਕੁਲ ਸਹਿਜ ਗੱਲਾਂ ਨੇ, ਇਹਨਾਂ ਵਿੱਚ ਮੂੰਝਣੇ ਦੀ ਦਰਕਾਰ ਹੀ ਕੋਨੀ। ਤੁਹਾਡੀ ਤਕਦੀਰ ਹੁਣ ਹੀਰੇ ਜਿਹੀ ਬਣ ਰਹੀ ਹੈ। ਹੀਰੇ ਜਿਹੀ ਤਕਦੀਰ ਬਾਪ ਦੇ ਸਿਵਾਏ ਹੋਰ ਕੋਈ ਵੀ ਬਣਾ ਨਾ ਸਕੇ। ਤੁਸੀਂ ਜਾਣਦੇ ਹੋ, ਬਾਪ ਤੋਂ ਹੀ ਅਸੀਂ ਸਵਰਗ ਦਾ ਵਰਸਾ ਲੈ ਰਹੇ ਹਾਂ। ਨਰਕ ਕਿੰਨਾ ਸਮਾਂ ਚੱਲਦਾ ਹੈ? ਕੋਈ ਵੀ ਸਮਝਾਏ ਤਾਂ ਕਹੋ, ਸਤਯੁਗ ਤੇ ਲੱਖਾਂ ਵਰਸ਼ਾਂ ਦਾ ਹੈ। ਤੁਸੀਂ ਗੋਡ ਫਾਦਰਲੀ ਸਟੂਡੈਂਟ ਹੋ। ਗੋਡ ਫਾਦਰ ਦੁਆਰਾ ਸਾਨੂੰ ਹੁਣ ਸਵਰਗ ਦਾ ਵਰਸਾ ਮਿਲ ਰਿਹਾ ਹੈ। ਫਿਰ ਬਾਬਾ ਕੋਲੋਂ ਪੁੱਛਦੇ ਨੇ, ਬਾਬਾ ਵੀ ਪੁੱਛਦੇ ਰਹਿੰਦੇ ਨੇ, ਬੱਚੇ ਤੁਸੀਂ ਮੈਨੂੰ ਕਿਉਂ ਭੁੱਲ ਜਾਂਦੇ ਹੋ? ਇਹ ਬਾਬਾ ਨੂੰ ਸਮਝ ਹੀ ਨਹੀਂ ਆਂਦਾ। ਤੂਫਾਨ ਵੀ ਬਥੇਰੇ ਲੱਗਦੇ ਨੇ, ਤਾਂ ਹੀ ਤਾਂ ਬਗੈਰ ਮਿਹਨਤ ਤੁਸੀਂ ਸਵਰਗ ਦੇ ਮਾਲਿਕ ਕਿਵੇਂ ਬਣ ਸਕਦੇ ਹੋ? ਕੋਈ ਮਰਦਾ ਹੈ ਤੇ ਕਹਿੰਦੇ ਨੇ ਸਵਰਗ ਵਾਸੀ ਹੋਇਆ। ਫਿਰ ਬਾਬਾ ਪੁੱਛਦੇ ਨੇ, ਤੁਸੀਂ ਰੋਂਦੇ ਕਿਉਂ ਹੋ? ਤੁਹਾਨੂੰ ਤਾਂ ਤਾਲੀਆਂ ਵਜਾਣੀਆਂ ਚਾਹੀਦੀਆਂ ਨੇ, ਖੁਸ਼ੀਆਂ ਮਨਾਣੀਆਂ ਚਾਹੀਦੀਆਂ ਨੇ। ਜੇਕਰ ਸਵਰਗ ਵਿੱਚ ਜਾਣਾ ਇੰਨਾ ਸਹਿਜ ਹੈ, ਫਿਰ ਤੇ ਸਭ ਨੂੰ ਪਹੁੰਚ ਜਾਣਾ ਚਾਹੀਦਾ। ਸਭ ਨੂੰ ਗਾਲੀ ਦੇ ਦੋ ਤੇ ਸਵਰਗ ਵਿੱਚ ਗੋਲੀ ਦੇ ਦੇਵੋ ਤੇ ਸਵਰਗ ਵਿੱਚ ਪਹੁੰਚ ਜਾਓ। ਫਿਰ ਇੱਥੇ ਦੁੱਖ ਵਿੱਚ ਰਹਿਣ ਦੀ ਤੇ ਦਰਕਾਰ ਹੀ ਨਹੀਂ ਰਹਿੰਦੀ। ਦੁੱਖ ਵਿੱਚ ਮਨੁੱਖ ਜ਼ਹਿਰ ਖਾ ਕੇ ਮਰ ਜਾਂਦੇ ਹਨ। ਸਿਪਾਹੀ ਵੀ ਕਿੰਨੇ ਮਰਦੇ ਹਨ, ਇੱਕ ਦੂਜੇ ਨੂੰ ਵੀ ਮਾਰਦੇ ਰਹਿੰਦੇ ਹਨ। ਬਾਬਾ ਆਖਦੇ ਨੇ, ਸਭ ਨੂੰ ਸਮਝਾਓ, ਜਦੋਂ ਇਸ ਦੁਨੀਆ ਵਿੱਚ ਸਵਰਗ ਸੀ, ਤਦੋਂ ਕੋਈ ਵੀ ਨਰਕ ਅਰਥਾਤ ਦੁਖੀ ਨਹੀਂ ਸੀ।
ਹੁਣ ਤੇ ਸਭ ਰੋਂਦੇ ਰਹਿੰਦੇ ਨੇ। ਤੁਸੀਂ ਜਾਣਦੇ ਹੋ ਹੁਣ ਫਿਰ ਤੋਂ ਸਾਡਾ ਬਾਪ ਆਇਆ ਹੈ ਇਸ ਦੁਨੀਆ ਨੂੰ ਸਵਰਗ ਬਣਾਉਣ ਦੇ ਲਈ। ਵਾਪਿਸ ਨਿਰਵਾਣ ਧਾਮ ਤੇ ਕੋਈ ਜਾ ਨਾ ਸਕੇ। ਹੁਣ ਤੁਹਾਨੂੰ ਸਵਰਗ ਵਿੱਚ ਚੱਲਣੇ ਦੇ ਉਪਾਏ ਬਾਪ ਹੀ ਆ ਕੇ ਦੱਸਦੇ ਨੇ। ਸਵਰਗ ਦਾ ਰਚਤਾ ਜਦ ਸਵਰਗ ਰਚੇ ਤਾਂ ਹੀ ਤੇ ਸਵਰਗ ਵਿੱਚ ਜਾ ਸਕਣ ਨਾ। ਹੁਣ ਸਵਰਗ ਦਾ ਰਚਤਾ ਬਾਪ ਆਇਆ ਹੋਇਆ ਹੈ। ਇਹ ਵੀ ਤੁਸੀਂ ਬੱਚੇ ਹੀ ਜਾਣਦੇ ਹੋ। ਜਦੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਤੇ ਦੇਵੀ ਦੇਵਤਾ ਵੀ ਵਾਮ ਮਾਰਗ ਵਿੱਚ ਚਲੇ ਜਾਂਦੇ ਹਨ। ਉਸੇ ਸਮੇਂ ਵਿਕਾਰ ਵੀ ਸ਼ੁਰੂ ਹੋ ਜਾਂਦੇ ਨੇ। ਰਾਵਣ ਰਾਜ ਕਦੋਂ ਸ਼ੁਰੂ ਹੁੰਦਾ ਹੈ ਉਸ ਦਾ ਕੋਈ ਦਿਨ ਮੁਕਰਰ ਨਹੀਂ ਹੈਗਾ। ਬਾਪ ਸਮਝਾਉਂਦੇ ਹਨ, ਮੈਂ ਕਾਲਾਂ ਦਾ ਕਾਲ ਹਾਂ। ਮੈਂ ਤੁਹਾਨੂੰ ਵਾਪਸ ਲੈ ਜਾਣ ਦੇ ਲਈ ਆਇਆ ਹਾਂ। ਸਤਯੁਗ ਵਿੱਚ ਬਹੁਤ ਥੋੜੇ ਮਨੁੱਖ ਹਨ। ਕਲਯੁਗ ਵਿੱਚ ਤੇ ਢੇਰ ਮਨੁੱਖ ਹਨ। ਸਾਰੀਆਂ ਆਤਮਾਵਾਂ ਹੁਣ ਵਾਪਸ ਜਾਣਗੀਆਂ। ਜ਼ਰੂਰ ਪੰਡਾ ਚਾਹੀਦਾ ਹੈ ਜਿਹੜਾ ਵਾਪਸ ਘਰ ਲੈ ਜਾਵੇ। ਮੈਂ ਰੂਹਾਨੀ ਪੰਡਾ ਬਣ ਕੇ ਆਇਆ ਹਾਂ ਤੁਹਾਨੂੰ ਵਾਪਸ ਲੈ ਜਾਣ ਦੇ ਲਈ। ਨਈ ਦੁਨੀਆ ਦੇ ਲਈ ਤੁਹਾਨੂੰ ਪੜ੍ਹਾ ਰਿਹਾ ਹਾਂ। ਨਰਕ ਸਵਰਗ ਕਿੱਥੇ ਔਰ ਕੀ ਹੁੰਦਾ ਹੈ, ਕਿੰਨਾ ਸਮਾਂ ਚੱਲਦਾ ਹੈ, ਕਦੋਂ ਸ਼ੁਰੂ ਹੁੰਦਾ ਹੈ, ਕੋਈ ਵੀ ਸੰਨਿਆਸੀ ਆਦਿ ਨਹੀਂ ਜਾਣਦੇ। ਰਚਤਾ ਵੀ ਇੱਕ ਹੈਗਾ, ਸ੍ਰਿਸ਼ਟੀ ਵੀ ਇੱਕ ਹੈਗੀ। ਸ਼ਾਸਤਰਾਂ ਵਿੱਚ ਤੇ ਅਤਾਲ ਪਤਾਲ ਆਦਿ ਬਥੇਰੀਆਂ ਸ੍ਰਿਸ਼ਟੀਆਂ ਬਣਾ ਦਿੱਤੀਆਂ ਨੇ। ਫਿਰ ਜੇਕਰ ਜਿਨ੍ਹਾਂ ਨੂੰ ਢੂੰਡਦੇ ਰਹਿੰਦੇ ਨੇ, ਸਮਝਦੇ ਹਨ ਇੱਕ ਇੱਕ ਸਟਾਰ ਵਿੱਚ ਦੁਨੀਆ ਹੈ। ਬਾਪ ਆਖਦੇ ਹਨ, ਮੈਂ ਫਿਰ ਤੋਂ ਤੁਹਾਨੂੰ ਗੀਤਾ ਦਾ ਗਿਆਨ ਸੁਣਾਉਂਦਾ ਹਾਂ। ਕ੍ਰਾਈਸਟ ਨੂੰ ਫਿਰ ਆਪਣੇ ਸਮੇਂ ਤੇ ਹੀ ਆਣਾ ਹੈ। ਡਰਾਮਾ ਇੱਕ ਹੀ ਹੈ। ਸਤਯੁਗ ਵਿੱਚ ਸਿਵਾਏ ਦੇਵੀ ਦੇਵਤਾ ਦੇ ਰਾਜ ਦੇ ਕੋਈ ਹੋਰ ਹੁੰਦਾ ਨਹੀਂ। ਹੁਣ ਤੁਸੀਂ ਜਾਣਦੇ ਹੋ ਅਸੀਂ ਬਾਬਾ ਤੋਂ ਵਰਸਾ ਲੈ ਰਹੇ ਸਨ। ਯਾਦ ਵੀ ਕਰਦੇ ਹਨ, ਹੇ ਪਤਿਤ ਪਾਵਨ ਆਓ, ਤੇ ਜ਼ਰੂਰ ਸੰਗਮ ਤੇ ਹੀ ਆਣਾ ਪਵੇ ਨਾ। ਹੁਣ ਤੁਸੀਂ ਜਾਣਦੇ ਹੋ ਅਸੀਂ ਬਾਪ ਕੋਲ ਆਏ ਹਾਂ ਸਵਰਗ ਦਾ ਵਰਸਾ ਲੈਣ ਦੇ ਲਈ। ਅਸੀਂ ਰਾਜਯੋਗ ਸਿੱਖ ਰਹੇ ਹਾਂ। ਕਲਪ ਕਲਪ ਅਸੀਂ ਬਾਪ ਕੋਲੋਂ ਵਰਸਾ ਲੈਂਦੇ ਹਾਂ ਅਤੇ ਗਵਾਉਂਦੇ ਹਾਂ। ਹੁਣ ਪੁਰਸ਼ਾਰਥ ਕਰਨਾ ਹੈ। ਪੂਰੀ ਨੌਲੇਜ ਵੀ ਬਾਪ ਤੋਂ ਹੀ ਲੈਣੀ ਹੈ। ਸ਼ਾਮ ਸੁੰਦਰ ਦਾ ਵੀ ਅਰਥ ਤੁਸੀਂ ਬੱਚੇ ਹੀ ਸਮਝਦੇ ਹੋ। ਤੁਸੀਂ ਬੱਚਿਆਂ ਨੂੰ ਹੀ ਅਰਥ ਸਮਝਿਆ ਹੈ ਔਰ ਕੋਈ ਅਰਥ ਨਾ ਸਮਝਣ ਦੇ ਕਾਰਨ ਫਿਰ ਦੇਵਤਾਵਾਂ ਨੂੰ ਵੀ ਕਾਲਾ ਕਰ ਦਿੱਤਾ ਹੈ। ਮੁੱਖ ਸ਼ਿਵ ਬਾਬਾ ਦਾ ਲਿੰਗ ਵੀ ਕਾਲਾ ਹੈ। ਕ੍ਰਿਸ਼ਨ ਰਾਮ ਦੇ ਚਿੱਤਰ ਵੀ ਕਾਲੇ ਕਰ ਦਿੱਤੇ ਨੇ। ਇੱਕ ਤਰਫ ਗੋਰਾ ਤੇ ਦੂਜੀ ਤਰਫ ਕਾਲਾ ਕਿਉਂ ਹੈ? ਜਗਨਨਾਥ ਦੇ ਮੰਦਿਰ ਵਿੱਚ ਸ਼ਕਲ ਇਹੋ ਜਿਹੀ ਵਿਖਾਉਂਦੇ ਹਨ ਜਿਵੇਂ ਅਫਰੀਕਨ ਲੋਕ ਹਨ। ਕਿੱਥੇ ਕਿੱਥੇ ਤੇ ਨਾਰਾਇਣ ਨੂੰ ਵੀ ਕਾਲਾ ਕਰ ਦਿੱਤਾ ਹੈ। ਕਿੱਥੇ ਲక్ష్ਮੀ ਇੰਨੀ ਸੋਹਣੀ ਵਿਖਾਉਂਦੇ ਹਨ। ਵੰਡਰ ਹੈਗਾ ਨਾ। ਮਨੁੱਖਾਂ ਦੀ ਬੁੱਧੀ ਦੇਖੋ ਕਿਹੋ ਜਿਹੀ ਹੋ ਗਈ ਹੈ। ਬਾਬਾ ਹੀ ਸੱਤ ਮਤ ਦਿੰਦੇ ਹਨ, ਆਪਣੇ ਨਾਲ ਵਾਪਸ ਲੈ ਜਾਂਦੇ ਹਨ। ਬਾਕੀ ਤਾਂ ਯੱਗ ਤਪ ਦਾਨ ਪੁੰਨ ਕਰਦੇ ਹੀ ਰਹਿੰਦੇ ਹਨ। ਮੁਫਤ ਵਿੱਚ ਆਪਣੇ ਪੈਸੇ ਬਰਬਾਦ ਕਰਦੇ ਰਹਿੰਦੇ ਹਨ। ਫਿਰ ਕਿਉਂ ਕਹਿੰਦੇ ਹਨ ਪਤਿਤ ਪਾਵਨ ਆਓ? ਯਾਦ ਕਿਉਂ ਕਰਦੇ ਹਨ? ਗੰਗਾ ਜਮੁਨਾ ਨਾਲੇ ਆਦਿ ਕਿੰਨੇ ਹਨ। ਬਾਬਾ ਨੇ ਵੀ ਬੜੇ ਤੀਰਥ ਆਦਿ ਕੀਤੇ ਹਨ। ਹੁਣ ਤੁਸੀਂ ਮੋਸਟ ਬਿਲਵਡ ਲੱਕੀ ਸਿਤਾਰੇ ਨਰਕ ਸਵਰਗ ਨੂੰ ਜਾਣ ਗਏ ਹੋ। ਮਨੁੱਖ ਮਰਦੇ ਹਨ ਤੇ ਕਹਿੰਦੇ ਹਨ ਸਵਰਗ ਗਿਆ, ਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਸਵਰਗ ਕਿੱਥੇ ਹੈ। ਬਾਬਾ ਆਖਦੇ ਹਨ ਬੱਚੇ ਧੀਰੇ ਧੀਰੇ ਤੁਹਾਡੀ ਪਰਿਪਕਵ ਅਵਸਥਾ ਹੋ ਜਾਵੇਗੀ। ਤੁਸੀਂ ਜਾਣਦੇ ਹੋ ਸਾਡੇ 84 ਜਨਮ ਪੂਰੇ ਹੋਏ। ਤੁਹਾਡੀ ਬੁੱਧੀ ਵਿੱਚ ਸਾਰਾ ਝਾੜ ਸਾਰੇ ਧਰਮ ਹਨ। ਉੱਥੇ ਅਲੱਗ-ਅਲੱਗ ਸੈਕਸ਼ਨ ਹਨ। ਇੱਥੇ ਤੇ ਐਵੇਂ ਹੀ ਨਹੀਂ ਜਾਣਦੇ ਕਿ ਮੋਕਸ਼ ਕਿਸੇ ਨੂੰ ਵੀ ਮਿਲ ਨਹੀਂ ਸਕਦਾ। ਐਵੇਂ ਹੀ ਬੁੱਧਬੁੱਧੇ ਮਿਸਲ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਫਿਰ ਤੋਂ ਸਾਰਾ ਪਾਠ ਹੀ ਖਲਾਸ ਹੋ ਜਾਵੇਗਾ। ਸਭ ਜੋਤੀ ਜੋਤ ਵਿੱਚ ਸਮਾ ਜਾਵਣਗੇ। ਇਹ ਸਭ ਝੂਠ ਹੈ। ਝੂਠ ਤੇ ਬਿਲਕੁਲ ਝੂਠ ਹੈ।
ਸੱਚ ਦੀ ਰੱਤੀ ਵੀ ਨਹੀਂ। ਭਗਤੀ ਵਿੱਚ ਕੋਈ ਮੁੱਖ ਮਿੱਠਾ ਥੋੜੇ ਹੀ ਹੁੰਦਾ ਹੈ। ਤੁਸੀਂ ਜਾਣਦੇ ਹੋ ਮੁੱਖ ਮਿੱਠਾ ਕੌਣ ਕਰਾਂਦਾ ਹੈ? ਬਾਪ ਹੀ ਪੜ੍ਹਾਈ ਤੇ ਪੂਰਾ ਧਿਆਨ ਦਿੰਦੇ ਹਨ ਔਰ ਸਮਝਾਉਂਦੇ ਹਨ। ਤੁਹਾਡੇ ਹੁਣ ਬੈਗੇਜ ਨਵੀਂ ਦੁਨੀਆ ਦੇ ਲਈ ਟ੍ਰਾਂਸਫਰ ਹੋ ਰਹੇ ਹਨ। ਹੁਣ ਇਹ ਦੁਨੀਆ ਤੇ ਖਤਮ ਹੋਣ ਵਾਲੀ ਹੈ। ਬਾਪ ਆਖਦੇ ਹਨ, ਇਸ ਲਈ ਸਭ ਕੁਝ ਆਪਣਾ ਇੰਸ਼ੋਰ ਕਰ ਦਿਓ। ਭਗਤੀ ਮਾਰਗ ਵਿੱਚ ਕਰਦੇ ਹੋ ਤੇ ਅਲਪਕਾਲ ਦੇ ਲਈ ਫਲ ਮਿਲ ਜਾਂਦਾ ਹੈ। ਸਮਝਦੇ ਹੋ ਈਸ਼ਵਰ ਨੇ ਦਿੱਤਾ, ਹੁਣ ਤੁਸੀਂ ਦਿੰਦੇ ਹੋ ਤੇ ਬਾਬਾ ਵੀ ਤੁਹਾਨੂੰ ਰਿਟਰਨ ਵਿੱਚ ਦਿੰਦਾ ਹੈ। ਡਾਇਰੈਕਟ ਹੋਣ ਕਾਰਨ ਤੁਹਾਨੂੰ ਫਿਰ 21 ਜਨਮ ਦੇ ਲਈ ਮਿਲ ਜਾਂਦਾ ਹੈ। ਬਾਬਾ ਆਖਦੇ ਹਨ, ਦੇਖੋ ਹੁਣ ਤੁਸੀਂ ਫੁੱਲ ਇੰਸ਼ੋਰ ਕੀਤਾ ਹੈ ਤੇ ਤੁਹਾਨੂੰ ਰਾਜਾਈ ਵੀ ਫੁੱਲ ਹੀ ਮਿਲੇਗੀ। ਉਹ ਹੈ ਜਿਸਮਾਨੀ ਇੰਸ਼ੋਰੈਂਸ, ਇਹ ਹੈ ਰੂਹਾਨੀ ਬਾਪ ਦੇ ਨਾਲ ਇੰਸ਼ੋਰੈਂਸ। ਈਸ਼ਵਰ ਅਰਥ ਦਾਨ ਕਰਦੇ ਹਨ ਤੇ ਈਸ਼ਵਰ ਰਿਟਰਨ ਵੀ ਦਿੰਦੇ ਹਨ। ਉਹ ਤਾਂ ਭਗਤੀ ਮਾਰਗ ਵਿੱਚ ਦਾਤਾ ਹੈ ਤੇ ਗਿਆਨ ਮਾਰਗ ਵਿੱਚ ਵੀ ਦਾਤਾ ਹੈ। ਇਹ ਬੇਹੱਦ ਦੀ ਪੜ੍ਹਾਈ ਹੈ। ਕੋਸ਼ਿਸ਼ ਕਰੋ ਵਿਜੈ ਮਾਲਾ ਵਿੱਚ ਆਉਣ ਦੀ। ਮੂੰਝੋਗੇ ਤੇ ਸਰਜਨ ਰਾਏ ਬਤਾਉਣ ਵਾਲਾ ਬੈਠਾ ਹੈ। ਤੁਸੀਂ ਜਾਣਦੇ ਹੋ ਹੁਣ ਅਸੀਂ ਅਨੇਕ ਵਾਰ ਬਾਦਸ਼ਾਹੀਆਂ ਲਿੱਤੀਆਂ ਸੀ, ਗਵਾਈਆਂ ਵੀ ਅਸੀਂ ਹੀ ਹਾਂ। ਇਹ ਗਿਆਨ ਹੁਣ ਹੀ ਮਿਲਦਾ ਹੈ। ਸਤਯੁਗ ਵਿੱਚ ਇਹ ਸਾਰੀਆਂ ਗੱਲਾਂ ਭੁੱਲ ਜਾਵਾਂਗੇ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਦਿਲ ਵਾ ਜਾਨ ਸਿੱਖ ਵਾ ਪ੍ਰੇਮ ਨਾਲ ਨਮਸਤੇ। ਧਾਰਨਾ ਦੇ ਲਈ ਮੁੱਖ ਸਾਰ ਹੈ। ਪੁਰਾਣੀ ਦੁਨੀਆ ਨੂੰ ਵੇਖ ਕੇ ਲੱਟੂ ਨਹੀਂ ਬਣਨਾ ਹੈ। ਆਪਣੀ ਬੈਗੇਜ ਟ੍ਰਾਂਸਫਰ ਕਰ ਦੇਣੀ ਹੈ। ਆਪਣਾ ਸਭ ਕੁਝ ਇੰਸ਼ੋਰ ਕਰ ਦੇਣਾ ਹੈ। ਕੋਈ ਵੀ ਵਸਤੂ 'ਚ ਅਗਰ ਮੋਹ ਜਾਂਦਾ ਹੈ ਤੇ ਫਿਰ ਕੋਡੀ ਤੋਂ ਹੀਰੇ ਜਿਹਾ ਨਹੀਂ ਬਣ ਸਕਦੇ। ਦਾਨ ਕਰਨ ਤੋਂ ਗਿਆਨ ਧਨ बढ़ेगा, ਇਸ ਲਈ ਦਾਨ ਕਰਦੇ ਰਹਿਣਾ ਹੈ। ਵਰਦਾਨ ਹੈਗਾ, ਨਿਮਿਤਪਨ ਦੀ ਸਮ੍ਰਿਤੀ ਵਿੱਚ ਰਹਿ ਹਰ ਪੇਪਰ ਨੂੰ ਪਾਸ ਕਰਨ ਵਾਲੇ ਐਵਰ ਰੈਡੀ ਨਸਟੋ ਮੋਹਾ ਭਵ। ਐਵਰ ਰੈਡੀ ਦਾ ਅਰਥ ਹੀ ਹੈ ਨਸਟੋ ਮੋਹਾ ਸਮ੍ਰਿਤੀ ਸਰੂਪ। ਉਸ ਸਮੇਂ ਕੋਈ ਵੀ ਸੰਬੰਧੀ ਅਥਵਾ ਵਸਤੂ ਯਾਦ ਨਾ ਆਵੇ। ਕਿਸੇ ਨਾਲ ਵੀ ਜੇਕਰ ਲਗਾਵ ਹੋਇਆ, ਸਭ ਤੋਂ ਨਿਆਰਾ ਔਰ ਸਭ ਤੋਂ ਪਿਆਰਾ ਬਣਨਾ ਹੈ। ਇਸ ਦਾ ਸਹਿਜ ਪੁਰਸ਼ਾਰਥ ਬਾਬਾ ਦੱਸਦੇ ਹਨ। ਨਿਮਿਤ ਭਾਵ, ਨਿਮਿਤ ਸਮਝਣ ਨਾਲ ਨਿਮਿਤ ਬਣਾਉਣੇ ਵਾਲਾ ਯਾਦ ਆਂਦਾ ਹੈ। ਮੇਰਾ ਪਰਿਵਾਰ ਹੈ, ਮੇਰਾ ਕੰਮ ਹੈ, ਨਹੀਂ ਮੈਂ ਤਾਂ ਨਿਮਿਤ ਹਾਂ। ਇਸ ਨਿਮਿਤਪਨ ਦੀ ਸਮ੍ਰਿਤੀ ਵਿੱਚ ਰਹਿ ਹਰ ਪੇਪਰ ਨੂੰ ਪਾਸ ਕਰਦੇ ਜਾਓ। ਸਲੋਗਨ ਹੈ, ਬ੍ਰਹਮਾ ਬਾਪ ਦੇ ਸੰਸਕਾਰਾਂ ਨੂੰ ਆਪਣਾ ਸੰਸਕਾਰ ਬਣਾ ਲਿਓ ਤੇ ਫਾਲੋ ਫਾਦਰ ਕਹਾਂਗੇ। ਬ੍ਰਹਮਾ ਬਾਪ ਦੇ ਸੰਸਕਾਰਾਂ ਨੂੰ ਆਪਣਾ ਸੰਸਕਾਰ ਬਣਾਉਣਾ ਹੀ ਫਾਲੋ ਫਾਦਰ ਕਰਨਾ ਹੈ। ਓਮ ਸ਼ਾਂਤੀ।